ਉਹ ਭਾਈ ਜਾਨ ਕਿਤੇ ਕਿਸ ਬੰਦੇ ਦੇ ਨਾਲ ਸਿਰ ਖਪਾਉਂਦੇ ਹੋ। ਇਹ ਬੰਦੇ ਜਾਹਲ ਨੇ, ਇੰਤਹਾਈ ਜਾਹਲ ਬੰਦੇ ਨੇ। ਇਹਨਾਂ ਨੂੰ ਕੋਈ ਦਲਾਇਲ ਪੇਸ਼ ਕਰੋਗੇ ਨਾ, ਜਵਾਬ ਦਿਓਗੇ ਤੇ ਅੱਗੋਂ ਕਹਿਣਗੇ ਕਿ ਨਹੀਂ ਭਾਈ ਇਹ ਇੰਜ ਹੈ ਹੀ ਨਹੀਂ, ਹੈ ਹੀ ਨਹੀਂ। ਇਹਨਾਂ ਦਾ ਅੱਬੂ ਮਿਰਜ਼ਾ ਭਾਵੇਂ ਝੂਠ ਵੀ ਬੋਲੀ ਜਾਏਗਾ ਨਾ ਤੇ ਕਹਿਣਗੇ ਹਾਂਜੀ ਭਾਈ ਇੰਜ ਹੀ ਗੱਲ ਹੈ। ਕਿ ਤਹਿਕੀਕ ਨਹੀਂ ਕਰਨੀ ਹੈ। ਸਰ ਜੀ ਮੈਂ ਖੁਦ ਬਹੁਤ ਵੱਡਾ, ਮੈਂ ਆਪਣੀ ਗੱਲ ਦੱਸਦਾ, ਮੈਂ ਖੁਦ ਬਹੁਤ ਵੱਡਾ ਫੈਨ ਸਾਂ ਦਾ ਮਿਰਜ਼ੇ ਦਾ। ਤੇ ਯਕੀਨ ਮੰਨੋ ਮੈਂ ਇੱਕ ਦਿਨ ਨਾ ਇਹਨੂੰ ਸੁਣਾਉਂਦੇ ਆਵਾਂ ਤੇ ਮੈਂ ਨਾ ਇੱਕ ਇਹਦੀ ਮੁਹਾਲਫ ਵੀਡੀਓ ਵੇਖੀ ਹੈ ਆਇਸ਼ਾ ਦੇ ਮੁਤਲਿਕ। ਤੇ ਯਕੀਨ ਕਰੋ ਮੈਂ ਨਾ ਖੁਦ ਉਹ ਰਵਾਇਤ ਕੱਢੀ ਹੈ, ਉਹਦੇ ਵਿੱਚ ਇਹਨੇ ਝੂਠ ਬੋਲਿਆ ਕਿ ਆਇਸ਼ਾ ਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜ਼ਾਲਮ ਕਰਾਰ ਦਿੱਤਾ। ਠੀਕ ਹੈ, ਉਹ ਰਵਾਇਤ ਵੀ ਮੈਂ ਵੇਖੀ ਹੈ, ਫਿਰ ਪੂਰੀ ਪੜੀ ਵਿੱਚ ਕਿਸੇ ਤਰ੍ਹਾਂ ਦੇ ਕੋਈ ਲਫਾਜ਼ ਨਹੀਂ। ਫਿਰ ਇਹਨੇ ਝੂਠ ਬੋਲਿਆ ਆਇਸ਼ਾ ਦੇ ਮੁਤਲਿਕ, ਉਹਨਾਂ ਹਜ਼ਰਤ ਅਲੀ ਦੇ ਕੋਲ ਮਾਫੀ ਮੰਗੀ। ਇਹ ਵੀ ਕੋਈ ਕਿਤੇ ਦੁਨੀਆ ਦੀ ਕਿਸੇ ਹਿਸਟਰੀ ਦੇ ਵਿੱਚ ਨਹੀਂ ਸ਼ਾਮਲ ਹੈ। ਠੀਕ ਹੈ, ਫਿਰ ਕਹਿੰਦੇ ਨੇ ਹਜ਼ਰਤ ਅਲੀ ਦੇ ਮੁਕਾਬਲੇ ਦੇ ਆਉਣ ਦੀ ਵਜ੍ਹਾ ਤੂੰ ਰੋਂਦੀਆਂ ਹੁੰਦੀਆਂ ਸਨ ਹਜ਼ਰਤ ਆਇਸ਼ਾ ਰਜ਼ੀ ਅੱਲਾਹੁ ਤਾਲਾ ਅਨਹਾ। ਇਹ ਵੀ ਇਹਨਾਂ ਨੇ ਬਿਲਕੁਲ ਇਹਨਾਂ ਨੇ ਮਿਰਜ਼ੇ ਨੇ ਝੂਠ ਬੋਲਿਆ। ਇਹ ਵੀ ਕਿਤੇ ਦੁਨੀਆ ਦੀ ਕਿਤੇ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈ। ਠੀਕ ਹੈ, ਇਹਨਾਂ ਕੋਲ ਸਾਬਤ ਕਰ ਦੇਣ ਬਈ ਮੇਰੇ 5-6 ਸਵਾਲ ਨੇ ਆਇਸ਼ਾ ਦੇ ਮੁਤਲਿਕ। ਹਜ਼ਰਤ ਮੀਰ ਮਾਵੀਆ ਦਾ ਮਸਲਾ ਤੇ ਕੋਲ ਲਹਿਦਾ ਰਿਹਾ ਨਾ। ਠੀਕ ਹੈ, ਉੱਥੋਂ ਤੱਕ ਆਉਣ ਦੀ ਇਹਨਾਂ ਦੀ ਜ਼ਰੂਰਤ ਹੀ ਨਹੀਂ ਹੈ। ਸਭ ਨਾਲ ਵੱਡੀ ਗੱਲ ਸਰ ਜੀ, ਇਹਨਾਂ ਦੇ ਕਿਸੇ ਬੰਦੇ ਦੇ ਅੱਗੇ ਕਿਸੇ ਦੇ ਸਾਹਮਣੇ ਆ ਕੇ ਗੱਲ ਕਰਨ ਦੀ ਇਹਨਾਂ 'ਚ ਕਿਸੇ ਦੀ ਹਿੰਮਤ ਹੀ ਨਹੀਂ ਹੈ। ਮਿਰਜ਼ਾ ਨਾ ਜਿਹੜਾ ਪਿੱਛੇ ਟੀਵੀ ਦੇ ਪਿੱਛੇ ਬਹਿ ਕੇ ਗੱਲਾਂ ਬੋਲੀ ਜਾਂਦਾ ਵੇ, ਬੋਲੀ ਜਾਂਦਾ ਵੇ। ਇਹਦੀ ਇੰਨੀ ਹਿੰਮਤ ਨਹੀਂ ਹੈ ਕਿ ਅੱਗੇ ਯਾਨੀ ਕਿ ਕਿਸੇ ਦੇ ਨਾਲ ਆ ਕੇ ਲਾਈਵ ਮਨਾਜ਼ਰਾ ਕਰ ਸਕੇ, ਕਿਉਂਕਿ ਇਹ ਬੰਦਾ ਝੂਠਾ ਵੇ ਖੁਦ। ਜਿੰਨੀਆਂ ਵੀ ਇਹਨਾਂ ਰਵਾਇਤਾਂ ਬਿਆਨ ਕੀਤੀਆਂ ਨੇ, ਹਦੀਸਾਂ ਬਿਆਨ ਕੀਤੀਆਂ, ਜੋ ਜਾਂ ਤੇ ਉਹ ਜ਼ਈਫ ਹੁੰਦੀਆਂ ਨੇ। ਭਾਈ ਜਾਨ ਮਿਰਜ਼ੇ ਦੇ ਜਿੰਨੇ ਵੀ ਚੇਲੇ ਨੇ ਨਾ, ਸਿਰਫ ਮੇਰਾ ਤੁਹਾਡੇ ਨਾਲ ਸਿਰਫ ਇੱਕ ਨਾ ਭਰਾ ਬਣ ਕੇ ਤੁਹਾਡੇ ਨਾਲ ਸਿਰਫ ਇੱਕੋ ਸਵਾਲ ਹੈ ਕਿ ਤੁਸੀਂ ਇਹ ਸਾਬਤ ਕਰ ਦਿਓ ਮੈਨੂੰ ਕਿ ਆਇਸ਼ਾ ਨੂੰ ਕਦੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਰਵਾਇਤ ਵਿੱਚ ਮਸਲਨ ਕਿ ਜ਼ਾਲਮ ਕਿਹਾ ਹੈ। ਤੁਸੀਂ ਇਹ ਰਵਾਇਤ ਖੁਦ ਕਰੋ, ਫਾਈਂਡ ਕਰੋ, ਗੂਗਲ ਤੇ ਜਾ ਕੇ ਲਿਖੋਗੇ, ਹਵਾਲਾ ਦਿਓਗੇ, ਨਿਕਲ ਆਏਗੀ। ਐਡੇ ਤੇ ਤੁਸੀਂ ਇੱਕ ਅਕਲਮੰਦ ਹੈ ਹੀ ਹੋ ਕਿ ਤੁਸੀਂ ਬੜੀ ਇਲਮੀ ਕਿਤਾਬੀ ਬਣੇ ਹੋ। ਠੀਕ ਹੈ, ਮੈਨੂੰ ਇਹ ਲਫਾਜ਼ ਕੱਢ ਕੇ ਦੱਸਿਓ ਕਿ ਇਸ ਰਵਾਇਤ ਵਿੱਚ ਕਿੱਥੇ ਮੌਜੂਦ ਨੇ ਕਿ ਹਜ਼ਰਤ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਆਇਸ਼ਾ ਨੂੰ ਜ਼ਾਲਮ ਕਿਹਾ। ਫਿਰ ਤੂੰ ਇਹ ਸਾਬਤ ਕਰਨਾ ਹੈ ਕਿ ਕਿੱਥੇ ਜੇ ਹਜ਼ਰਤ ਅਲੀ ਕੋਲੋਂ ਨਬੀ ਹਜ਼ਰਤ ਆਇਸ਼ਾ ਰਜ਼ੀ ਅੱਲਾਹੁ ਤਾਲਾ ਉਹਨਾਂ ਨੇ ਮਾਫੀ ਮੰਗੀ ਹੈ, ਅਨਹਾ ਨੇ ਮਾਫੀ ਮੰਗੀ ਹੈ। ਠੀਕ ਹੈ, ਫਿਰ ਤੂੰ ਇਹ ਸਾਬਤ ਕਰਨਾ ਕਿ ਉਹ ਕਿਉਂ ਰੋਂਦੀਆਂ ਸਨ ਹਜ਼ਰਤ ਅਲੀ ਦੇ ਮੁਕਾਬਲੇ ਦੇ ਆਉਣ ਦੀ ਵਜ੍ਹਾ ਤੂੰ ਰੋਂਦੀਆਂ ਹਾਂ ਕਿ ਮੈਂ ਹਜ਼ਰਤ ਅਲੀ ਦੇ ਮੁਕਾਬਲੇ ਤੇ ਕਿਉਂ ਆਈ। ਤੁਸੀਂ ਇਹ ਵੀ ਸਾਬਤ ਕਰਨਾ ਵਾ ਕੀ ਮਤਲਬ ਕਿ ਦੁਨੀਆ ਦੀ ਸਿਰਫ ਇੱਕ ਰਵਾਇਤ ਆਉਂਦੀ ਹੈ ਕਿ ਜਿਹਦੇ ਵਿੱਚ ਉਹ ਬਿਆਨ ਕੀਤਾ ਕਿ ਅਬਦੁੱਲਾ ਬਿਨ ਜ਼ੁਬੈਰ ਦੇ ਨਾਲ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਮੁਖਾਲਫਤ ਹੋ ਗਈ ਸੀ ਤੇ ਉਹਨਾਂ ਨੇ ਸਹਾਬਾ ਕਰਾਮ ਨੇ ਕਿਹਾ ਕਿ ਅਸੀਂ ਨਹੀਂ ਤੁਹਾਡੀ ਆਪਸ 'ਚ ਸੁਲ੍ਹਾ ਕਰਵਾ ਦਿੰਦੇ ਹਾਂ। ਠੀਕ ਹੈ, ਤੇ ਉਹਨਾਂ ਕਿਹਾ ਕਿ ਮੇਰੀ ਅੱਲਾ ਦੇ ਨਾਲ, ਮੈਂ ਅੱਲਾ ਦਾ ਨਾਲ ਵਾਅਦਾ ਕੀਤਾ ਕਿ ਮੇਰਾ ਵਾਅਦਾ ਟੁੱਟ ਜਾਣਾ ਕਿ ਮੈਂ ਇਹਨੂੰ ਨਹੀਂ ਬੁਲਾਉਣਾ ਹੈ। ਤੇ ਫਿਰ ਉਹਨਾਂ ਉਸ ਕਸਮ ਦਾ ਕੁਫਾਰਾ ਵੀ ਦਿੱਤਾ। ਤੇ ਲੇਕਿਨ ਉਹ ਫਿਰ ਬਾਅਦ ਚੋਂ ਇਹ ਵੀ ਰੋਂਦੀਆਂ ਰਹਿੰਦੀਆਂ, ਯਾਨੀ ਕਿ ਉਹ ਹਰ ਟਾਈਮ ਨਾ ਉਹਨਾਂ ਦਾ ਦੁਪੱਟਾ ਆਂਸੂਆਂ ਨਾਲ ਭਰ ਜਾਂਦਾ ਸੀ ਤੇ ਉਹ ਰੋਂਦੀਆਂ ਰਹਿੰਦੀਆਂ ਸੀ ਕਿ ਮੇਰੇ ਕੋਲ ਅੱਲਾ ਦਾ ਵਾਅਦਾ ਟੁੱਟ ਗਿਆ ਵੇ ਤੇ ਮੈਂ ਤੇ ਇਹਨੂੰ ਅਬਦੁੱਲਾ ਬਿਨ ਜ਼ੁਬੈਰ ਨੂੰ ਬੁਲਾਉਣਾ ਨਹੀਂ ਸੀ ਹੈ। ਤੇ ਨਊਜ਼ੁਬਿल्लाह ਇਸ ਬਗੈਰਤ ਇਨਸਾਨ ਨੇ, ਘਟੀਆ ਇਨਸਾਨ ਨੇ, ਉਹਨਾਂ ਤੇ ਇਹ ਇਲਜ਼ਾਮ ਲਾਇਆ ਕਿ ਉਹ ਹਜ਼ਰਤ ਅਲੀ ਦੇ ਮੁਕਾਬਲੇ ਤੇ ਆਉਣ ਦੀ ਵਜ੍ਹਾ, ਈਵਨ ਕਿ ਉਹ ਤੇ ਆਪਣੇ ਆਪ ਨੂੰ ਹੱਕ ਤੇ ਸਮਝਦੀਆਂ ਹਨ। ਉਹ ਤੇ ਚਲੋ ਇੱਕ ਉਲਮਾ ਕਰਾਮ ਕਹਿੰਦੇ ਨੇ ਕਿ ਉਹਨਾਂ ਦੀ ਇਜਤਿਹਾਦੀ ਖਤਾ ਸੀ। ਤੁਸੀਂ ਇਹ 4-5 ਸਵਾਲ ਜ਼ਮੀਰ ਮਾਵੀਆ ਦਾ ਮਸਲਾ ਤੇ ਕੋਲ ਲਹਿਦਾ ਰਿਹਾ ਨਾ, ਤੁਸੀਂ ਆਇਸ਼ਾ ਦੇ ਮੁਤਲਿਕ ਤੁਸੀਂ ਨਾ ਇਹ ਸਵਾਲ ਮੈਨੂੰ ਨਾ ਤਲਾਸ਼ ਕਰਕੇ ਨਾ ਮੈਨੂੰ ਇਹ ਜਵਾਬ ਦੇ ਦਿਓ। ਠੀਕ ਹੈ, ਮੇਰਾ ਨੰਬਰ ਹੈ ਤੁਹਾਡੇ ਕੋਲ, ਇਹ ਵਿੱਚ ਮੇਰਾ ਨੰਬਰ ਸੇਵ ਕਰੋ ਤੇ ਮੈਨੂੰ ਇਹਨਾਂ ਚੀਜ਼ਾਂ ਦੇ ਜਵਾਬ ਦੇ ਦਿਓ। ਇਹ ਦਵਾਈ ਤੁਹਾਡੇ ਕੋਲ ਮੌਜੂਦ ਹੋਣੀ ਹੋਲੀ। ਹੁਣ ਮੈਨੂੰ ਇਸ ਟਾਈਮ ਮੇਰੀ ਦਵਾਈ ਦਾ ਵੀ ਨਹੀਂ ਯਾਦ ਹੈ, ਮੈਂ ਕੰਮ ਦੇ ਉੱਤੇ ਇਸ ਟਾਈਮ, ਨਹੀਂ ਤਾਂ ਤੁਹਾਨੂੰ ਮੈਂ ਦਵਾਈ ਦਾ ਨੰਬਰ ਵੀ ਤੁਹਾਨੂੰ ਕੱਢ ਕੇ ਦਿੰਦਾ। ਜੀ ਭਾਈ ਜੀ, ਤੁਸੀਂ ਸਿਆਲਕੋਟ ਦੇ ਹੋ ਤੇ ਮੈਂ ਵੀ ਸਿਆਲਕੋਟ ਦਾ ਵਾਂ ਤੇ ਬੜੀ ਖੁਸ਼ੀ ਹੋਈ ਹੈ ਯਾਰ ਤੁਹਾਡੀ ਗੱਲ ਸੁਣ ਕੇ। ਤੇ ਭਰਾਵਾ ਅਸੀਂ ਵੀ, ਸਾਡਾ ਵੀ ਇਹੀ ਮੌਕਫ ਹੈ ਕਿ ਯਾਰ ਸਾਨੂੰ ਆਪਣੇ ਕਿਰਦਾਰ ਦਾ ਪਤਾ ਨਹੀਂ ਹੈ, ਨਾ ਹੀ ਸਾਡੇ 5 ਟਾਈਮ ਦੀ ਨਮਾਜ਼ ਪੜ੍ਹਨੇ ਆ, ਨਾ ਸਾਡੇ ਚਿਹਰੇ ਉੱਤੇ ਸੁਨਤੇ ਰਸੂਲ ਨੇ। ਤੇ ਜਿਹਨਾਂ ਬੰਦਿਆਂ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਫੋਲੋ ਕੀਤਾ ਵੇ ਤੇ ਅਸੀਂ ਉਹਨਾਂ ਨੂੰ ਹੀ ਉਹਨਾਂ ਦੇ ਐਪ ਕੱਢੀ। ਅਸੀਂ ਕੋਈ ਐਡੇ ਕੋਈ ਯਾਨੀ ਕਿ ਵਲੀ ਅੱਲਾਹ ਕਿ ਮਸਲੇ ਯਾਰ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੈ ਕਿ ਇੱਕ ਬੰਦਾ ਵੇ, ਖੁਦ ਬੰਦੇ ਨੂੰ ਆਪਣੇ ਆਪ ਦੇ ਕਿਰਦਾਰ ਦਾ ਪਤਾ ਨਹੀਂ ਤੇ ਉਹ ਬੰਦਾ ਯਾਨੀ ਕਿ ਉਹ ਐਡੀਆਂ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਖਾਕ ਵਰਗੇ ਵੀ ਨਹੀਂ ਹੈ ਤੇ ਅਸੀਂ ਕਿੰਝ ਐਪ ਕੱਢ ਸਕਦੇ ਹਾਂ ਉਹਨਾਂ ਦੇ। ਹੁਣ ਤੁਸੀਂ ਕਹੋਗੇ ਕਿ ਯਾਰ ਇਹ ਮੌਲਵੀਆਂ ਦੀ ਦੁਕਾਨ ਬੰਦ ਕਰਨ ਵਾਸਤੇ ਤੁਹਾਡੇ ਫਿਰਕੇ ਖਤਮ ਕਰ ਛੜੇ ਨੇ। ਉਹ ਭਾਜੀ ਅਸੀਂ ਤਾਂ ਦੁਬਈ ਹੁੰਦੇ ਹਾਂ, ਸਾਨੂੰ ਕੀ ਲੱਗੇ ਮੌਲਵੀਆਂ ਦੇ ਨਾਲ, ਕੀ ਲੱਗੇ। ਤੁਸੀਂ ਭਾਵੇਂ ਉਹਨਾਂ ਦੀ ਦੁਕਾਨਾਂ ਬੰਦ ਕਰੋ, ਭਾਵੇਂ ਵੱਟੇ ਮਾਰੋ ਉਹਨਾਂ ਦੀ ਦੁਕਾਨਾਂ ਤੇ, ਸਾਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ। ਲੇਕਿਨ ਗੱਲ ਹੈ ਵੀ ਕਿ ਆਪਣੇ ਦਿਮਾਗ ਨੂੰ ਖੋਲੋ। ਤੁਸੀਂ ਕਿਸ ਬੰਦੇ ਨੂੰ ਫੋਲੋ ਕਰਨ ਦੀ ਹੈ? ਤੁਹਾਡੀ ਮਾਂ ਨੂੰ ਜਿਸ ਬੰਦੇ ਨੇ ਤੁਹਮਤ ਲਾ ਹਰੀ ਕਿ ਜ਼ਾਲਮ, ਜਿਹੜਾ ਬੰਦਾ ਤੁਹਾਡੀ ਮਾਂ ਨੂੰ ਕਹਿਣ ਦਿਆ ਕਿ ਜ਼ਾਲਮ ਹੋ, ਤੁਹਾਡੀ ਮਾਂ ਨੂੰ ਜ਼ਾਲਮ ਕਿਹਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਨਸੂਬ ਕਰਕੇ।
ਤੇ ਤੁਸੀਂ ਮੇਰੀ ਤੇ ਯਾਰ ਅਕਲ ਇਸ ਚੀਜ਼ ਨੂੰ ਗਵਾਲਾ ਨਹੀਂ ਕਰਦੀ ਕਿ ਮੈਂ ਇਸ ਬੰਦੇ ਨੂੰ ਸੁਣਾ, ਤੇ ਤੁਹਾਡਾ ਦਿਮਾਗ ਪਤਾ ਨਹੀਂ, ਤੁਸੀਂ ਜੋ ਮਰਜ਼ੀ ਕਰਦੇ ਰਹੋ।